ਹੈਲੋ एवरीवन ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਕਲਾਸ। ਅੱਜ ਆਪਾਂ ਕਰਨ ਜਾ ਰਹੇ ਹਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 7ਵੀਂ ਕਲਾਸ ਦੀ ਮੈਥਸ ਦੀ ਕਿਤਾਬ ਉਹਦਾ 5th ਚੈਪਟਰ ਲਾਈਨਸ ਐਂਡ ਐਂਗਲਸ ਤੇ ਅੱਜ ਆਪਾਂ ਡਿਸਕਸ ਕਰਾਂਗੇ ਇਸ ਦੇ ਵਿੱਚ ਐਕਸਰਸਾਈਜ਼ 5.1 ਪਰ ਐਕਸਰਸਾਈਜ਼ ਡਿਸਕਸ ਕਰਨ ਤੋਂ ਪਹਿਲਾਂ ਆਪਾਂ ਇੱਕ ਵਾਰ ਕੁਝ ਟੌਪਿਕਸ ਜਿਹੜੇ ਹੈਗੇ ਨੇ ਉਹ ਰਿਵਾਈਜ਼ ਕਰ ਲੈਂਦੇ ਹਾਂ। ਦੇਖੋ ਇੱਥੇ ਦੱਸਿਆ ਗਿਆ ਹੈ ਵੀ ਲਾਈਨ ਕੀ ਹੁੰਦੀ ਹੈ। ਲਾਈਨ ਹੁੰਦੀ ਹੈ ਵੀ ਇੱਕ ਥਾਂ ਤੋਂ ਦੂਜੀ ਥਾਂ ਤੱਕ ਜਿਹੜੀ ਇੱਕ ਸਿੱਧੀ ਲਕੀਰ ਮਾਰੀ ਜਾਂਦੀ ਹੈ ਤੇ ਦੋਨੋਂ ਪਾਸੇ ਉਹ ਵੱਧ ਸਕਦੀ ਹੈ ਤੇ ਜੇ ਦੋਨੋਂ ਪਾਸੇ ਵੱਧ ਸਕਦੀ ਹੈ ਆਪਾਂ ਐਵੇਂ ਕਰਕੇ ਐਰੋ ਬਣਾ ਦਿੰਦੇ ਆ। ਇਸ ਵਾਲੇ ਐਰੋ ਦਾ ਨਾਂ A ਲਿਖ ਦਿੰਦੇ ਆ, ਇਸ ਵਾਲੇ ਦਾ B ਨਾਂ ਲਿਖਦੇ ਨੇ ਤੇ ਜੇ ਮੈਂ ਇਹਨੂੰ ਲਿਖਣਾ ਹੋਏ ਦੱਸਣਾ ਹੋਏ ਕਿਸੇ ਨੂੰ ਵੀ ਇਸ ਲਾਈਨ ਦਾ ਨਾਮ ਕੀ ਆਪਾਂ ਲਿਖਾਂਗੇ A B ਲਾਈਨ ਹੈਗੀ ਹੈ ਪਰ ਵੱਧ ਸਕਦੀ ਹੈ ਦੋਨੋਂ ਪਾਸੇ, ਇਸੇ ਕਰਕੇ ਐਰੋ ਮਾਰਤਾ ਉੱਤੇ ਸਿਰ ਤੇ। ठीक है ਉਹਦੇ ਸਿਰ ਤੇ ਜੇ ਇਦਾਂ ਕਰਕੇ ਲਾਈਨ ਹੋਈ ਤਾਂ ਇਹਦਾ ਨਾਂ CD ਦੇ ਕੇ ਮੈਂ ਇਹਦਾ ਨਾਂ ਇਦਾਂ ਕਰਕੇ ਲਿਖਾਂਗੀ CD ਲਾਈਨ ਹੈਗੀ ਹੈ। ਦੂਜੀ ਗੱਲ ਰੇ ਕੀ ਹੁੰਦੀ ਹੈ। ਰੇ ਜਿਹੜੀ ਹੈਗੀ ਹੈ ਉਹ ਲਾਈਨ ਦਾ ਇੱਕ ਹਿੱਸਾ ਹੁੰਦੀ ਹੈ ਲੇਕਿਨ ਉਹ ਇੱਕ ਪੁਆਇੰਟ ਜਿਹੜਾ ਉਹਦਾ ਫਿਕਸਡ ਹੁੰਦਾ ਹੈ, ਦੂਜੇ ਪਾਸੇ ਉਹ ਵੱਧਦੀ ਰਹਿੰਦੀ ਹੈ। ਠੀਕ ਹੈ, ਇੱਕ ਪੁਆਇੰਟ ਫਿਕਸਡ ਹੁੰਦਾ ਹੈ ਤੇ ਇਹਦਾ ਨਾਮ ਮੰਨ ਲਓ A ਤੇ ਇਹਦਾ ਨਾਮ ਮੈਂ B ਦਿੱਤਾ। ਇਹਨੂੰ ਇਦਾਂ ਹੀ ਲਿਖਾਂਗੇ ਜਿਵੇਂ ਆਪਾਂ ਬਣਾਇਆ ਹੈ ਨਾ A B। A ਜਿਹੜਾ ਹੈਗਾ ਇੱਥੋਂ ਇੱਥੇ ਤੱਕ ਯਾਨੀ ਇੱਕ ਪੁਆਇੰਟ ਹੈਗਾ ਤੇ ਦੂਜੇ ਪਾਸੇ ਐਰੋ ਹੈਗਾ ਵੀ ਜੇ ਤੁਸੀਂ ਚਾਹੋ ਤਾਂ ਇਹਨੂੰ ਵਧਾ ਸਕਦੇ ਹੋ ਦੂਜੇ ਪਾਸੇ। ਤੀਜੀ ਚੀਜ਼ ਲਾਈਨ ਸੈਗਮੈਂਟ ਕੀ ਹੁੰਦੀ ਹੈ। ਲਾਈਨ ਸੈਗਮੈਂਟ ਵੀ ਲਾਈਨ ਦਾ ਇੱਕ ਹਿੱਸਾ ਹੁੰਦੀ ਹੈ ਪਰ ਉਹਦੇ ਦੋਵੇਂ ਜਿਹੜੇ ਐਂਡਸ ਹੁੰਦੇ ਨੇ ਉਹ ਫਿਕਸਡ ਹੁੰਦੇ ਨੇ ਯਾਨੀ ਉਹਦੀ ਜਿਹੜੀ ਲੈਂਥ ਹੈਗੀ ਉਹ ਫਿਕਸਡ ਹੋਏਗੀ। A B ਉਹ ਦੋਨੋਂ ਪਾਸੇ ਨਹੀਂ ਵੱਧ ਸਕਦੀ, ਇੱਕ ਪਾਸੇ ਵੀ ਨਹੀਂ ਵੱਧ ਸਕਦੀ, ਇਸੇ ਕਰਕੇ ਇਹਨੂੰ ਸਿੱਧੀ ਲਾਈਨ ਮਾਰੀ ਹੈ, ਉੱਤੇ ਐਰੋ ਨਹੀਂ ਮਾਰੇ। ठीक है ना, मतलब ये फिक्स है, ये वाला पॉइंट भी फिक्स है, ए भी फिक्स है, किते वध नहीं सकती। ਅੱਗੇ ਚੱਲਦੇ ਆ ਐਂਗਲਸ ਬਾਰੇ ਪੜ੍ਹਦੇ ਆ। ਦੇਖੋ ਐਂਗਲਸ ਨੂੰ ਮੈਜ਼ਰ ਕਰਨ ਦੇ ਲਈ ਆਪਾਂ D ਯੂਜ਼ ਕਰਦੇ ਆ ਜਾਂ ਉਹਨੂੰ ਕਹੀਦਾ ਪ੍ਰੋਟੈਕਟਰ। ਮੈਂ ਦਿਖਾ ਦਿੰਨੀ ਆ ਕਿਹੋ ਜਿਹਾ ਦਿਸਦਾ। ਇਹ ਪ੍ਰੋਟੈਕਟਰ ਇਹੋ ਜਿਹਾ ਦਿਸਦਾ। ਦੇਖੋ ਇੱਕ ਸਿੱਧੀ ਲਾਈਨ ਜੇ ਆਪਾਂ ਮਾਰਾਂਗੇ ਇਦਾਂ ਕਰਕੇ ਇਹ ਹੋਏਗਾ 180 ਡਿਗਰੀ ਪਰ ਜੇ ਆਪਾਂ ਐਂਗਲਸ ਬਣਾਉਣੇ ਸ਼ੁਰੂ ਕਰਨੇ ਆ ਤਾਂ ਆਪਾਂ ਪ੍ਰੋਟੈਕਟਰ ਦੀ ਯੂਜ਼ ਕਰਦੇ ਆ। ਉਹ ਇਦਾਂ ਦਾ ਹੁੰਦਾ, ਉਹਦੇ ਵਿੱਚ ਐਂਗਲਸ ਬਣੇ ਹੁੰਦੇ ਨੇ ਜਿਵੇਂ 1 ਡਿਗਰੀ 2 ਡਿਗਰੀ 3 30 60 ਇਦਾਂ ਕਰਕੇ। ਇਹ ਸਿੱਧੀ ਲਾਈਨ ਜਿਹੜੀ ਹੈਗੀ ਹੈ ਇਹ 90 ਡਿਗਰੀ ਦੀ ਹੁੰਦੀ ਹੈ। ਠੀਕ ਹੈ, ਜੇ ਆਪਾਂ ਇਧਰਲੇ ਪਾਸੇ ਵੀ ਦੇਖੀਏ ਇਹ ਹੋ ਜਾਂਦਾ ਹੈ, ਮਤਲਬ ਇੱਥੋਂ ਤੁਸੀਂ ਕਹਿ ਲਓ ਸ਼ੁਰੂ ਹੁੰਦਾ ਹੈ 0 ਡਿਗਰੀ ਹੋ ਗਿਆ, ਫਿਰ ਇਹ 10, ਫਿਰ ਇਹ 20, ਫਿਰ 30 40 50 ਇਦਾਂ ਕਰਦੇ ਕਰਦੇ ਇੱਥੇ 90 ਆ ਜਾਂਦਾ ਹੈ, ਫਿਰ 110 ਆ ਗਿਆ, 120 ਆ ਗਿਆ ਤੇ ਇਦਾਂ ਕਰਦੇ ਕਰਦੇ ਇੱਥੇ 180 ਡਿਗਰੀ ਆ ਜਾਂਦਾ ਹੈ। 0 ਡਿਗਰੀ ਤੋਂ ਸ਼ੁਰੂ ਕਰੋ, ਇਦਾਂ ਘੁਮਾਉਂਦੇ ਰਹੋ ਤੇ 180 ਡਿਗਰੀ ਤੱਕ ਤੁਸੀਂ ਪਹੁੰਚ ਜਾਂਦੇ ਹੋ। ਹੁਣ ਐਂਗਲ ਕੀ ਹੁੰਦਾ ਹੈ ਇਹਨੂੰ ਪਹਿਲਾਂ ਆਪਾਂ ਸਮਝ ਲੈਂਦੇ ਹਾਂ। ਐਂਗਲ ਦੇ ਵਿੱਚ ਇੱਕ ਸਟਾਰਟਿੰਗ ਪੁਆਇੰਟ ਹੁੰਦਾ ਤੇ ਉਹਦੇ ਵਿੱਚੋਂ ਦੋ ਆਪਾਂ ਕਹਿ ਸਕਦੇ ਹਾਂ ਇਦਾਂ ਕਰਕੇ ਰੇਜ਼ ਨਿਕਲਦੀਆਂ ਨੇ। ਇੱਕ ਇਧਰਲੇ ਪਾਸੇ ਆ ਨਿਕਲ ਰਹੀ ਹੈ, ਇੱਕ ਇਧਰਲੇ ਪਾਸੇ ਇਹ ਨਿਕਲ ਰਹੀ ਹੈ। ਸਟਾਰਟਿੰਗ ਪੁਆਇੰਟ ਇੱਕੋ ਹੈਗਾ। ਇਹਨੂੰ ਆਪਾਂ ਕਿਹਦੇ ਨਾਲ ਬਣਾਉਂਦੇ ਹਾਂ? ਯੂਜ਼ਿੰਗ ਅ ਪ੍ਰੋਟਰੈਕਟਰ। ਹੁਣ ਦੇਖੋ ਇਹਨੂੰ ਨਾਮ ਕਿੱਦਾਂ ਦੇਣਾ ਹੈ। ਇਹ ਬਣਦਾ ਹੈ ਐਂਗਲ। ਮੰਨ ਲਓ ਇੱਥੇ ਮੈਂ ਲਿਖਤਾ B, ਇੱਥੇ ਮੈਂ ਲਿਖਤਾ C, ਇੱਥੇ ਮੈਂ ਲਿਖਤਾ A ਤੇ ਜੇ ਮੈਂ ਐਂਗਲ ਦਾ ਨਾਮ ਦੇਣਾ ਹੈ ਪਹਿਲਾਂ ਸਿੰਬਲ ਉਹਦਾ ਹੁੰਦਾ ਐਂਗਲ ਦਾ, ਜਿਵੇਂ A ਵਾਲਾ ਸਿੰਬਲ ਹੁੰਦਾ ਹਮੇਸ਼ਾ। ਬੇਸ਼ੱਕ ਐਂਗਲ ਇਦਾਂ ਕਰਕੇ ਬਣ ਰਿਹਾ ਹੋਏ ਪਰ ਸਿੰਬਲ ਆਹੀ ਆਊਗਾ। ਇਹਦਾ ਨਾਮ ਹੈਗਾ A। ਜਿੱਥੇ ਐਂਗਲ ਬਣ ਰਿਹਾ ਉਹ ਹਮੇਸ਼ਾ ਵਿਚਕਾਰ ਦੇ ਨਹੀਂ ਆਏਗਾ B C। ਐਂਗਲ A B C ਯਾਨੀ ਇਹਦੀ ਗੱਲ ਕੀਤੀ ਜਾ ਰਹੀ ਹੈ। ਠੀਕ ਹੈ, ਇਹਨੂੰ ਇਸ ਤਰੀਕੇ ਦੇ ਨਾਲ ਆਪਾਂ ਨਾਮ ਦਿੰਦੇ ਆ। ਜੇ ਤੁਸੀਂ ਕਹੋ ਕਿ ਨਹੀਂ ਮੈਂ ਤਾਂ C ਤੋਂ ਸ਼ੁਰੂ ਕਰਨਾ ਉਹ ਵੀ ਕਹਿ ਸਕਦੇ ਹੋ। ਇਹ ਹੋ ਗਿਆ C B A ਤੇ ਇਹਦੇ ਵਿੱਚ ਦੋ ਰੇਜ਼ ਦੱਸਦੀਆਂ ਨੇ ਵੀ ਕਿਹੜੀਆਂ ਕਿਹੜੀਆਂ ਨੇ। ਉਹ ਤੁਸੀਂ ਮੈਨੂੰ ਜਿਹੜੀ ਰੇ ਹੈਗੀ ਹੈ ਉਹ ਕਿਹੜੀ ਕਿਹੜੀ ਹੈਗੀ ਹੈ ਉਹ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸਿਓ ਜਿਹਦੇ ਨਾਲ ਇਹ ਐਂਗਲ ਬਣ ਰਹੇ। ਹੁਣ ਕਿਹੜੇ ਕਿਹੜੇ ਤਰੀਕੇ ਦੇ ਐਂਗਲਸ ਹੁੰਦੇ ਨੇ ਉਹ ਵੀ ਡਿਸਕਸ ਕਰ ਲੈਂਦੇ ਆ। ਟਾਈਪਸ ਆਫ ਐਂਗਲਸ, ਜਿਵੇਂ 0 ਡਿਗਰੀ। 0 ਡਿਗਰੀ ਦਾ ਮਤਲਬ ਆਪਾਂ ਇੱਕ ਸਿੱਧੀ ਲਕੀਰ ਮਾਰੀ ਹੈ। ਠੀਕ ਹੈ, 0 ਐਂਗਲ ਹੈ। ਇੱਥੇ ਮੈਂ ਦੱਸਿਆ ਸੀ ਜੇ D ਹੈਗਾ ਪ੍ਰੋਟੈਕਟਰ ਹੈਗਾ, ਇੱਥੋਂ ਸ਼ੁਰੂ ਕਰਕੇ ਇੱਥੇ 0 ਡਿਗਰੀ ਹੁੰਦਾ, ਫਿਰ ਨੀਚੇ ਵਾਲੀ ਲਾਈਨ, ਫਿਰ 10 ਵਿੱਚ ਉਹਦੇ 1 ਡਿਗਰੀ 2 ਡਿਗਰੀ ਸਾਰਾ ਕੁਝ ਆ ਜਾਂਦਾ। ਤੇ ਜਦ ਦੋ ਰੇ ਜਿਹੜੀਆਂ ਹੈਗੀਆਂ ਨੇ ਉਹ ਇੱਕੋ ਲਕੀਰ ਤੇ ਹੈਗੀਆਂ ਨੇ ਤੇ ਇਧਰਲੇ ਪਾਸੇ ਬਣ ਰਹੇ, ਇੱਕ ਰੇ ਇੱਧਰ ਸਿੱਧੀ ਬੇਸ ਲਾਈਨ ਜਿਹੜੀ ਆਪਾਂ ਬਣਾਉਂਦੇ ਆ ਤੇ 0 ਡਿਗਰੀ ਵੀ ਇਹਦੇ ਉੱਤੇ ਹੀ ਹੈ ਨਾ, ਤਾਂ ਉਹ ਮੈਂ ਇੱਥੇ ਬਣਾਤੀ
ਤਾਂ ਇਹ ਬਣ ਗਿਆ, ਮੰਨ ਲਓ ਇਹ ਹੋ ਗਿਆ B, ਇਹ ਹੋ ਗਿਆ A, ਇਹ ਹੋ ਗਿਆ C। ਤਾਂ ਇਹ ਹੋ ਗਿਆ ਐਂਗਲ B ਜਿਹੜਾ ਹੈ ਇਹ ਸਟਾਰਟਿੰਗ ਪੁਆਇੰਟ ਹੈ ਦੋਨੋਂ ਰੇਜ਼ ਦਾ, ਇਹ ਵਿਚਕਾਰ ਆਏਗਾ ਤੇ ਤੁਸੀਂ ਲਿਖ ਸਕਦੇ ਹੋ ਐਂਗਲ ABC ਕੀ ਹੈਗਾ 0 ਡਿਗਰੀ। ਐਦਾਂ ਡਿਗਰੀ ਲਿਖੀ ਥੀ, समझ आ गया 0 डिग्री किवें हैगा, क्योंकि आपां 180 डिग्री भी डिस्कस करांगे, ਉਹ ਇਹਦੇ ਬਿਲਕੁਲ ਆਪੋਜ਼ਿਟ ਇਧਰਲੇ ਪਾਸੇ ਐਰੋ ਆ ਜਾਊਗਾ, ਯਾਨੀ ਇੱਧਰ ਤੇ ਇੱਕ ਐਰੋ ਇੱਧਰ ਆ ਜਾਊਗਾ। ਇਹ ਜਿਹੜਾ ਐਂਗਲ ਬਣੂਗਾ ਇਹ ਹੋਏਗਾ 180 डिग्री ਦਾ ਸਿੱਧੀ ਲਕੀਰ। ਹੁਣ ਅੱਗੇ ਚੱਲਦੇ ਹਾਂ, ਦੂਜਾ 0 डिग्री ਹੋ ਗਿਆ, ਸਮਝ ਆ ਗਿਆ। ਇੱਕ ਰੇ ਉਹਦੇ ਉੱਤੇ ਹੀ, ਕਿਉਂਕਿ ਇੱਥੋਂ ਸ਼ੁਰੂ ਕੀਤਾ ਦੂਜੀ ਰੇ, ਉਹ ਹੋ ਗਿਆ ਸਾਡੇ ਕੋਲ 0 डिग्री। ਇਹ ਵਾਲਾ ਜਿਹੜਾ ਐਂਗਲ ਹੈ 0 डिग्री। ਹੁਣ ਆਪਾਂ ਕਰਾਂਗੇ ਐਕਿਊਟ ਐਂਗਲ। ਐਕਿਊਟ ਐਂਗਲ ਕੀ ਹੁੰਦਾ ਹੈ, ਦੇਖੋ ਜਿਹੜਾ 0 डिग्री ਤੋਂ 90 डिग्री ਦੇ ਵਿੱਚ ਐਂਗਲ ਹੁੰਦਾ ਉਹਨੂੰ ਆਪਾਂ ਐਕਿਊਟ ਐਂਗਲ ਕਹਿ ਸਕਦੇ ਹਾਂ। ਹੋ ਸਕਦਾ ਉਹ 45 डिग्री ਹੋਏ, 75 डिग्री ਹੋਏ, ਹੋ ਸਕਦਾ 80 डिग्री ਹੋਏ। ਇਹਦੇ ਤੋਂ 0 डिग्री ਤੋਂ ਲੈ ਕੇ, ਯਾਨੀ ਇਹ ਜੇ D ਹੈਗਾ, ਇੱਧਰਲੇ ਹਿੱਸੇ 'ਚ ਜਿਹੜੇ ਐਂਗਲ ਬਣਦੇ ਨੇ ਇੱਧਰ, ਇਹ 90 डिग्री ਹੈ। 0 ਤੋਂ 90 डिग्री ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੇ ਇਸ ਤੋਂ ਛੋਟਾ ਕੋਈ ਐਂਗਲ ਹੈ, ਯਾਨੀ ਤੁਹਾਡੀ ਲਾਈਨ ਇੱਦਾਂ ਹੈ, ਇੱਦਾਂ ਇੱਦਾਂ, ਉਹ ਸਾਰੇ ਦੇ ਸਾਰੇ ਐਕਿਊਟ ਐਂਗਲ ਹੁੰਦੇ ਨੇ। ਮੰਨ ਲਓ ਮੈਂ 45 डिग्री ਦਾ ਐਂਗਲ ਬਣਾਇਆ, ਇਹ 45 डिग्री D ਦੇ ਨਾਲ, ਇਹ A ਹੋ ਗਿਆ, ਇਹ B ਹੋ ਗਿਆ, ਇਹ C, ਤੇ ਮੈਂ ਲਿਖਾਂਗੀ ਐਂਗਲ ABC ਜਾਂ ਐਂਗਲ CBA ਕਿੰਨਾ ਹੈਗਾ 45 डिग्री, ਤੇ ਇਹ ਇੱਕ ਐਕਿਊਟ ਐਂਗਲ ਹੈ ਕਿਉਂਕਿ 90 ਤੋਂ ਛੋਟਾ ਹੈ। ਰਾਈਟ ਐਂਗਲ ਉਹਨੂੰ ਆਪਾਂ ਕਹੀਦਾ 90 डिग्री। ਉਹ ਮੈਂ ਦੱਸਦਾ ਸਿੱਧੀ ਉੱਤੇ ਤੋਂ ਥੱਲੇ ਲਕੀਰ, ਇੱਧਰ ਲਕੀਰ, ਏਦਾਂ ਕਰਕੇ ਜਿਹੜਾ ਐਂਗਲ ਬਣਦਾ ਹੈ ਇਹ ਹੈਗਾ ਰਾਈਟ ਐਂਗਲ। ਉਹ ਤੁਸੀਂ ਏਦਾਂ ਵੀ ਬਣਾ ਸਕਦੇ ਹੋ, ਏਦਾਂ ਵੀ ਦਿੱਤਾ ਹੋ ਸਕਦਾ, ਯਾਨੀ ਇੱਕ ਦੇ ਉੱਤੇ ਇੱਕ ਲਕੀਰ, ਇੱਕ ਉੱਤੇ ਇੱਕ ਥੱਲੇ, ਇਹ ਹੈਗਾ ਜੀ ਰਾਈਟ ਐਂਗਲ। ਤੇ ਆਪਾਂ ਲਿਖਾਂਗੇ ਐਂਗਲ ABC ਜਾਂ ਐਂਗਲ CBA, ਵਿਚਕਾਰ ਆ ਰਿਹਾ ਨਾ B, ਇਹ ਹੈਗਾ ਜੀ 90 डिग्री ਰਾਈਟ ਐਂਗਲ। ਉਸ ਤੋਂ ਬਾਅਦ ਆ ਜਾਂਦਾ ਹੈ ਜੀ ऑब्ट्यूस एंगल। ऑब्ट्यूस ਦਾ ਮਤਲਬ ਜਿਹੜਾ ਐਂਗਲ 90 डिग्री ਤੋਂ ਲੈ ਕੇ 180 डिग्री ਦੇ ਵਿਚਕਾਰ ਹੈਗਾ, ਯਾਨੀ ਐਦਾਂ ਕਰਕੇ ਜਿਹੜਾ ਇਹ 90 डिग्री ਸੀ ਐਦਾਂ ਵੱਧਦਾ ਜਾ ਰਿਹਾ ਕਿਸੇ ਪਾਸੇ। ਹੁਣ ਇਹ ਕਿਵੇਂ ਬਣਦਾ ਹੈ ਮੈਂ ਤੁਹਾਨੂੰ ਸਮਝਾਉਂਦੀ ਹਾਂ। ਇਹ ਤਾਂ 90 डिग्री ਸੀ, यानी ਇਹ ਤੋਂ ਜੇ ਚੌੜਾ ਹੋਏ ਇਧਰਲੇ ਪਾਸੇ ਆ ਜੇ, ਤੁਸੀਂ ਦੇਖ ਸਕਦੇ ਹੋ ਵੱਧ ਰਿਹਾ, ਇੱਧਰ ਆ ਜੇ, ਹੋਰ ਵੱਧ ਗਿਆ, ਹੋਰ ਵੱਧ ਗਿਆ, ਹੋਰ ਵੱਧ ਗਿਆ, ਹੋਰ ਵੱਧ ਗਿਆ, ਇਹ ਵੀ ਏਦਾਂ ਕਰਕੇ 180 डिग्री। ਇਹ ਸਾਰੇ ਦੇ ਸਾਰੇ ਸਾਡੇ ਕੋਲ ऑब्ट्यूस एंगल ਹੋਣਗੇ। ਤੇ ਜੇ ਮੈਂ ਏਦਾਂ ਕਰਕੇ ਬਣਾਉਂਦੀ ਆ, ਤੁਸੀਂ ਦੇਖ ਵੀ ਸਕਦੇ ਹੋ D ਦੇ ਨਾਲ ਇਹ ਐਂਗਲ 90 ਤਾਂ ਏਦਾਂ ਹੋਏਗਾ ਨਾ, 90 ਤੋਂ ਵੱਡਾ ਹੈਗਾ, ਯਾਨੀ A B C, ਇਹ ਮੰਨ ਲਓ 120 डिग्री है, तो मैं कह दांगी कि एंगल ABC की हैगा जी ऑब्ट्यूस एंगल हैगा, क्योंकि ये 90 तो वड्डा हैगा। उस तो बाद आ जाता है जी साडे कोल स्ट्रेट। ये याद रखियो, स्ट्रेट एंगल कहने दा मतलब सीधी लकीर, ऐदा ए विचकार आ गया O A B, ऐदा करके इधरले पासे बनाया सी 0 डिग्री सी, इधरले पासे मैनू पता है सारा दा सारा जे सीधी लकीर है हैगा 180 डिग्री, ओनू आपां स्ट्रेट एंगल भी कहीदा, याद रखियो। उस तो बाद आ जाता है जी साडे कोल स्ट्रेट एंगल तो बाद अगला रिफ्लैक्स एंगल। रिफ्लैक्स एंगल वो हुंदा है जिहड़ा 180 डिग्री तो लैके 360 डिग्री दे विचकार हुंदा है, ओनू आपां रिफ्लैक्स एंगल कहीदा। ते देखो ये तो 180 डिग्री हो गया, ऐदा करके उत्ते सानू पता सी 90 डिग्री है, यानी 180 इधर जा रहे हैं तो बढ़ता जा रहा है, तो 180 तो पूरा जिहड़ा सर्कल हुंदा वो हुंदा 360 डिग्री दा। इत्थों शुरू करके इदा घुमा के लेके आंदी है तो 360 हो जाता है। पर की मैं कह सकती हाँ इधर 180 तो अगे जे मैं चलांगी, मान लो इदा करके लकीर बनाती है, इन्हां दोनों नूं हटा दो इदा, तो यह जिहड़ा एंगल है इदा घूम के जिहड़ा आ रहा है, तुसीं देख लो इत्थे तक तो 180 सी, ये 180 तो वड्डा हो गया, तो मैं लिख सकती हूँ R हैगा, ये मान लो P हैगा, ये मान लो O हैगा, तो ये जिहड़ा एंगल हैगा रिफ्लैक्स एंगल है। क्यों? क्योंकि ये 180 तो 360 डिग्री दे विचकार हैगा। ते जे मैं इदा करके कहा कि एक कंप्लीट एंगल की हुंदा 360 डिग्री जिहड़ा हुंदा वो कंप्लीट एंगल हुंदा, यानी
ਜਿਵੇਂ ਮੈਂ ਉਹ ਬਣਾਇਆ ਸੀ 0 ਡਿਗਰੀ ਹੈ ਨਾ, ਉਹ ਇੱਕ ਤਰੀਕੇ ਨਾਲ ਐਦਾਂ ਹੀ ਬਣਾਇਆ ਸੀ, ਇਹ ਹੋ ਗਿਆ Q। ਲੇਕਿਨ ਇਹਦੇ ਵਿੱਚ ਐਦਾਂ ਐਂਗਲ ਬਣੂਗਾ, ਇਹ ਪੂਰਾ ਘੁੰਮ ਕੇ ਆ ਰਿਹਾ ਨਾ ਸਰਕਲ, ਐਦਾਂ ਬਣਾਉਣਾ ਜ਼ਰੂਰੀ ਹੈਗਾ, ਪੂਰਾ ਘੁੰਮ ਕੇ ਆਇਆ, ਇਹ ਬਣ ਗਿਆ ਸਾਡੇ ਕੋਲ ਇੱਕ 360 ਡਿਗਰੀ ਦਾ ਐਂਗਲ। ਸਮਝ ਆ ਗਿਆ? ਦੁਬਾਰਾ ਮੈਂ ਦੱਸ ਦਿੰਦੀ ਹਾਂ ਤੁਹਾਨੂੰ, ਅਜੇ ਤੱਕ ਅਸੀਂ ਕੀ ਪੜਿਆ, ਐਦਾਂ ਸਿੱਧੀ ਲਕੀਰ ਜਿਹਦੇ ਤੇ ਦੋ ਐਰੋਸ ਬਣ ਰਹੇ ਨੇ, ਪਰ ਇਹ ਨਹੀਂ ਬਣਾਉਣਾ, ਉਹ ਹੋ ਗਿਆ ਸਾਡੇ ਕੋਲ, ਇਹ ਆ ਗਿਆ ਜੀ 0 ਡਿਗਰੀ। ਫਿਰ ਆਪਾਂ ਐਕਿਊਟ ਐਂਗਲ ਕੀਤਾ ਸੀ ਜੋ ਕਿ 90 ਤੋਂ ਘੱਟ ਸੀ, है ना, 90 तो ਜਿਹੜਾ ਛੋਟਾ ਸੀਗਾ, less than 90, यानी ऐदा हो गया एक्यूट। राइट एंगल ਆਪਾਂ ਪੜਿਆ ਸੀ 90 डिग्री, OCG ऐदा। ऑब्ट्यूस ਆਪਾਂ ਪੜਿਆ ਸੀ 90 ਤੋਂ ਜ਼ਿਆਦਾ, ओहो more than 90 ਆਪਾਂ ਕਹਿ ਸਕਦੇ ਹਾਂ, ਉਹ ऐदा ਕਰਕੇ ਸੀ। ਫਿਰ ਆਪਾਂ ਪੜਿਆ ਸੀ ਜੀ स्ट्रेट एंगल, OC 180 डिग्री। फिर रिफ्लैक्स, ਉਹ 180 ਤੋਂ ਲੈ ਕੇ 360 ਡਿਗਰੀ ਦੇ ਵਿਚਕਾਰ, ਯਾਨੀ ਇੱਕ ਲਾਈਨ ਇੱਥੇ ਤੱਕ ਮੈਨੂੰ ਪਤਾ ਹੈ 180 ਇਸ ਤੋਂ ਜ਼ਿਆਦਾ ਹੋ ਜਾਊਗਾ ਐਦਾਂ, ਇਹ ਹੋ ਗਿਆ ਰਿਫਲੈਕਸ ਐਂਗਲ। ਤੇ ਅਖੀਰ ਦੇ ਵਿੱਚ ਆਪਾਂ ਪੜਿਆ ਸੀ ਕੰਪਲੀਟ ਐਂਗਲ, ਜੋ ਕਿ ਸੀ ਇੱਕ ਪਰ ਐਦਾਂ ਪੂਰਾ ਚੱਕਰ ਖਾ ਕੇ ਆਏਗਾ, AQ AP AR, ਤਾਂ ਐਂਗਲ PQR ਹੋ ਗਿਆ ਜੀ 360 डिग्री, ਇਹ ਕੰਪਲੀਟ ਐਂਗਲ ਹੋ ਗਿਆ। ਇਸ ਤੋਂ ਇਲਾਵਾ ਮੈਂ ਤੁਹਾਨੂੰ 5 ਗੱਲਾਂ ਹੋਰ ਦੱਸਣੀਆਂ ਨੇ ਜੋ ਜ਼ਰੂਰੀ ਹੈਗੀਆਂ ਨੇ ਐਕਸਰਸਾਈਜ਼ ਸ਼ੁਰੂ ਕਰਨ ਤੋਂ ਪਹਿਲਾਂ। ਸਭ ਤੋਂ ਪਹਿਲੀ ਗੱਲ ਹੈਗੀ ਹੈ ਜੀ ਕੰਪਲੀਮੈਂਟਰੀ ਐਂਗਲਸ ਕੀ ਹੁੰਦੇ ਨੇ। ਜਿਹੜੇ ਦੋ ਐਂਗਲਸ ਨੂੰ ਆਪਾਂ ਐਡ ਕਰੀਏ ਜਾਂ ਡਿਗਰੀਜ਼ ਨੂੰ ਐਡ ਕਰੀਏ ਤੇ ਆਨਸਰ 90 ਆ ਜਾਂਦਾ ਹੈ, ਉਹ ਕੰਪਲੀਮੈਂਟਰੀ ਹੁੰਦੇ ਨੇ। ਮੰਨ ਲਓ ਇੱਕ 45 ਡਿਗਰੀ ਦਿੱਤਾ ਹੋਇਆ, ਦੂਜਾ ਕਿੰਨਾ ਹੋਏਗਾ 90 ਵਿੱਚੋਂ 45 ਘਟਾ ਦਿਓ, ਤੁਹਾਡੇ ਕੋਲ ਕੰਪਲੀਮੈਂਟਰੀ ਐਂਗਲ ਆ ਜਾਊਗਾ ਦੂਜਾ। ठीक है, यानी दो एंगल्स ਨੂੰ ਜੇ ਆਪਾਂ ਜੋੜ ਦਈਏ, ਇੱਕ ਐਦਾਂ ਹੈਗਾ, ਇੱਕ ਮੰਨ ਲਓ ਥੋੜਾ ਜਿਹਾ ਐਦਾਂ ਕਰਕੇ ਹੈਗਾ, ਤੇ ਇਹਨਾਂ ਦੋਨਾਂ ਨੂੰ ਜੇ ਜੋੜ ਦਈਏ ਇਹ ਸਾਡੇ ਕੋਲ 90 ਡਿਗਰੀ ਬਣਾਉਂਦਾ। ਦੂਜੀ ਗੱਲ ਸਪਲੀਮੈਂਟਰੀ ਐਂਗਲਸ, ਦੋ ਐਂਗਲਸ ਨੂੰ ਜੋੜ ਕੇ ਜਦ ਆਨਸਰ 180 ਡਿਗਰੀ ਆਉਂਦਾ ਹੈ, ਕੰਪਲੀਮੈਂਟਰੀ ਵਿੱਚ 90, ਇਸ ਬਾਅਦ ਦੇ ਵਿੱਚ ਆਉਂਦਾ ਹੈ ਨਾ ABC ਦੇ ਵਿੱਚ, ਤਾਂ ਯਾਦ ਰੱਖਿਓ 180 ਡਿਗਰੀ ਆਨਸਰ ਆਉਂਦਾ ਹੈ। ਉਸ ਤੋਂ ਬਾਅਦ ਤੀਜਾ ਹੈਗਾ ਜੀ ਐਡਜੈਸੈਂਟ ਐਂਗਲਸ। ਐਡਜੈਸੈਂਟ ਮਤਲਬ ਜਿਹੜੇ ਨਾਲ ਨਾਲ ਲੱਗਦੇ ਨੇ ਐਂਗਲਸ, ਉਹਨਾਂ ਨੂੰ ਐਡਜੈਸੈਂਟ ਐਂਗਲ ਕਹੀਦਾ। ਜਿਵੇਂ ਮੰਨ ਲਓ ਇੱਕ ਮੈਂ ਐਂਗਲ ਐਦਾਂ ਬਣਾਇਆ, ਇਹਨੂੰ ਵਿੱਚੋਂ ਕੱਟਤਾ, ਤੇ ਇਹ ਐਂਗਲ ਤੇ ਇਹ ਐਂਗਲ ਬਿਲਕੁਲ ਚਿਪਕੇ ਹੋਏ ਨੇ ਨਾ, ਇੱਕ ਕਾਮਨ ਲਕੀਰ ਦੇ ਨਾਲ ਚਿਪਕੇ ਹੋਏ ਨੇ, ਇਸੇ ਕਰਕੇ ਇਹਨੂੰ ਆਪਾਂ ਐਡਜੈਸੈਂਟ ਐਂਗਲ ਕਹਿੰਦੇ ਆ। ਇਹਨੂੰ ਨਾਮ ਦੇ ਦਿੰਦੇ ਆ, ਇਸ ਨੂੰ ਵੀ ਇਸ ਨੂੰ ਵੀ, ਤੇ ਮੈਂ ਕਹਾਂਗੀ ਐਂਗਲ XOY एंड एंगल YOZ, ये दोनों की हैगे ने जी एडजेसेंट एंगल हैगे ने, क्योंकि OY ਜਿਹੜੀ ਹੈਗੀ ਹੈ ਉਹ ਕਾਮਨ ਰੇ ਹੈਗੀ ਹੈ ਜਿਹੜੀ ਇਹਨਾਂ ਨੂੰ ਜੋੜਦੀ ਹੈਗੀ ਹੈ, ਤੇ ਇਸੇ ਕਰਕੇ ਇਹਨਾਂ ਨੂੰ ਐਡਜੈਸੈਂਟ ਐਂਗਲਸ ਕਿਹਾ ਜਾਂਦਾ ਹੈ। ਉਸ ਤੋਂ ਬਾਅਦ ਆ ਜਾਂਦਾ ਹੈ ਜੀ ਲੀਨੀਅਰ ਪੇਅਰ। ਲੀਨੀਅਰ ਪੇਅਰ ਤਦ ਹੁੰਦਾ ਹੈ ਜੇ ਆਪਾਂ ਕਹੀਏ ਦੋ ਐਂਗਲ ਜਿਹੜੇ ਹੈਗੇ ਨੇ ਉਹਨਾਂ ਦਾ ਸਮ 180 ਡਿਗਰੀ ਬਣਦਾ ਹੈ। ਉਹ ਕਿਵੇਂ ਆਊਗਾ, ਇਹ ਇੱਕ ਲਕੀਰ ਹੈਗੀ ਹੈ AOB, ਇੱਥੇ C ਲੈ ਲਓ, ਇਸ ਐਂਗਲ ਨੂੰ ਤੇ ਇਸ ਐਂਗਲ ਨੂੰ ਜੇ ਮੈਂ ਜੋੜਦਾ, ਯਾਨੀ ਐਂਗਲ AOC ਪਲੱਸ ਐਂਗਲ COB, ਇਹਨਾਂ ਨੂੰ ਜੋੜ ਦਈਏ 180 ਡਿਗਰੀ ਆਨਸਰ ਆਏਗਾ। ਇਹਨਾਂ ਦੋਨਾਂ ਐਂਗਲ ਨੂੰ ਲੀਨੀਅਰ ਪੇਅਰ ਕਹੀ ਜਾਏਗਾ। ਪੇਅਰ ਕਿਉਂ, ਕਿਉਂਕਿ ਦੋਨੋਂ ਇਕੱਠੇ ਨੇ, ਤੇ ਦੋਨਾਂ ਨੂੰ ਜੇ ਆਪਾਂ ਜੋੜ ਦਾਂਗੇ ਤਾਂ ਇਹ ਇੱਕ ਲੀਨੀਅਰ ਪੇਅਰ ਬਣ ਜਾਂਦਾ, ਯਾਨੀ ਸਮ 180 ਡਿਗਰੀ ਦਿੰਦਾ। ਠੀਕ ਹੈ, ਅਗਲਾ ਹੈਗਾ ਜੀ ਲਾਸਟ ਚੀਜ਼ ਵਰਟੀਕਲੀ ਆਪੋਜ਼ਿਟ ਐਂਗਲ। ਦੇਖੋ ਜਿਹੜੇ ਆਪੋਜ਼ਿਟ ਐਂਗਲਸ ਹੁੰਦੇ ਨੇ ਨਾ ਉਹ ਬਰਾਬਰ ਹੁੰਦੇ ਨੇ। ਮੰਨ ਲਓ ਇਦਾਂ ਕਰਕੇ ਮੈਂ ਕ੍ਰਾਸ ਮਾਰਤਾ, ਕੋਈ ਵੀ ਨਾਮ ਦੇ ਦਿਓ, AB, ਇੱਥੇ ਹੋ ਗਿਆ CD। ਆਪੋਜ਼ਿਟ ਕਿਹੜੇ ਨੇ, ਇਹ ਇਹਦੇ ਆਪੋਜ਼ਿਟ ਹੈਗਾ, ਇਹ ਆਪਸ ਦੇ ਵਿੱਚ ਬਰਾਬਰ ਹੋਣਗੇ, ਵਿਚਕਾਰ ਉਹ ਨਾਮ ਲੈ ਲਓ, ਯਾਨੀ ਐਂਗਲ AOC ਆਹੀ ਐਂਗਲ ਬਣ ਰਿਹਾ, ਕਿਹਦੇ ਬਰਾਬਰ ਹੋਏਗਾ, ਐਂਗਲ DOB ਦੇ ਜਾਂ BOD ਦੇ। ਹੁਣ ਤੁਸੀਂ ਮੈਨੂੰ ਦੱਸਣਾ ਹੈ ਇਹ ਵਾਲਾ ਜਿਹੜਾ ਐਂਗਲ ਹੈ
एंगल AOD ये किहदे बराबर होएगा ये वाला एंगल, ठीक है। ये तुसी मैनू कमेंट सैक्शन दे विच जरूर दस्सिओ। हुण आपां डिस्कस करन जा रहे हां इस चैप्टर दे विच जिहड़े एग्जाम्पल्स दित्ते होए ने ताकि सानू जिहड़ी एक्सरसाइज है वो करनी सौखी हो जाए। फाइंड द कॉम्प्लीमेंटरी ऑफ द फॉलोइंग एंगल्स। मैं तुहानू दस्सिया सी कॉम्प्लीमेंटरी एंगल्स किहड़े हुंदे ने जिन्हां दा सम 90 डिग्री हुंदा है। एक दिता होया 90 विचों माइनस कर दो दूजा एंगल आ जाऊगा, डिग्री दे विच लिखी दा एंगल ये देखो उत्ते। उवें ही दूजा सप्लीमेंटरी एंगल दो दा सम कितना हुंदा है 180 डिग्री। एक दिता होया 180 विचों माइनस कर दो दूजा आ जाऊगा। तीजा एग्जाम्पल टू कॉम्प्लीमेंटरी एंगल, कॉम्प्लीमेंटरी मतलब जे ना दोनों नू ऐड करिए ते आंसर 90 डिग्री आता है। ये रेशो दे विच दिता होया जिवें 4/5 हो गया ना, इनू लिख सकते हैं 4:5। ये नहीं कहांगे 4 + 5 कितना 90 ना, ਇਹਦੇ ਪਿੱਛੇ x ਲਾ ਦਾਂਗੇ 4x + 5x डिग्री दे विच इज इक्वल टू 90 डिग्री। x दे विच x जोड़ दो 4 + 5 9x डिग्री इज इक्वल टू 90 डिग्री। ये 9 मल्टीप्लाई दा उत्थे जाके डिवाइड दा हो जाऊगा, कटिंग हो जाएगी, x इज इक्वल टू 10 डिग्री। पर x आए असी 4x एक एंगल मन्निया सी 5x दूजा 4x यानी पहला एंगल हो गया 4 × 10, दूजा एंगल हो गया 5 × 10 और डिग्री दे विच तुसी आंसर लिख सकते हो। उवे ही इत्थे दो सप्लीमेंटरी एंगल दिते हुए ने 2:7। इनू मैं इदां लिख सकती हां सप्लीमेंटरी इज इक्वल टू 180 डिग्री दे बराबर हुंदे ने। हुण तुसी इनू सॉल्व कर सकते हो। इत्थे कहा गया है फाइंड द एंगल विच इज डबल ऑफ इट्स सप्लीमेंट, यानी एक x है दूजा की हैगा 180 डिग्री माइनस x। लेकिन ध्यान नाल सोचो इत्थे कि है एक एंगल जेड़ा हैगा वो हैगा किदे बराबर डबल अपने सप्लीमेंट। ये एंगल बन जाऊगा x, दोबारा समझा रही हैं, एक एंगल x ले लो ते दूजा सप्लीमेंट एंगल केड़ा होएगा 180 विचों x घटा दो, यही बनेगा ना। इन्हें क्या है x इज इक्वल टू डबल इट्स सप्लीमेंट। तो इनू जब आप सॉल्व करांगे 2 नू पहला 180 नाल मल्टीप्लाई कर दो, फिर 2 नू x दे नाल मल्टीप्लाई कर दो, ए आ जाएगा। एक 2x इत्थे माइनस है इत्थे जाके प्लस का हो गया, x + 2x हो गया 3x, 360 इदां दा इदां 3 नू डिवाइड कर दो एंगल आ जाऊगा, ठीक है ना। एक पहला एंगल भी आ जाऊगा ते जे दूजा कढना है वो भी तुहानू पता है 180 विचों माइनस करके आ जाऊगा। 6वां एग्जाम्पल ये हैगा मेजर करना है भी एंगल x कितना है, a कितना है। ये भी कोई गल हुई, तुसी ध्यान नाल देखो आ लीनियर पेयर बन रहे एक सीधी लाइन ते, यानी 125 डिग्री प्लस x इज इक्वल टू 180 डिग्री होएगा। क्यों? क्योंकि एंगल AOC प्लस COB एक लीनियर पेयर हैगा 180 डिग्री के बराबर होएगा ते आंसर x दा आ जाऊगा। उवे ही x ते y दी वैल्यू कढनी है इहदे विचों, सानू पता है ऑपोजिट एंगल हैगे ने, y 130 आ जाऊगा x 50 आ जाऊगा, पर लिखना जरूरी हैगा भी ये वर्टिकली ऑपोजिट हैगे ने। उवे ही इत्थे भी कुछ डिग्रीज दिती हुई है, बाकी एंगल काटना है, एंगल DOB काटना है, DOB यानी ए वाला काटना है। देखो पहला तो मैनू पता है A 45 डिग्री है, आ भी 45 डिग्री आ जाऊगा, क्यों? क्योंकि ये ऑपोजिट हैगा। हुण जे तुसी आ वाली लकीर देखो सीधी, एक सीधी लकीर हैगी है जिहदे विच आ एंगल भी दिता होया आ भी दिता होया, ते जे आ भी जोड़ दांगी तिन्नां नूं जोड़ दांगी इदां करके तो 180 डिग्री के बराबर आ जाऊगा। तो 90 + 45 तो मैनू दिता होया, तीजा x ले लो माइनस कर दूंगे 180 विचों x की वैल्यू साडे कोल आ जाऊगी। है कि नहीं सौखा? बस लाइन ते देखना है जी, एक लाइन ते बन रहे ने, बेशक 4 हिस्से वंडे हुए ने, तुसी उन्हां सारियां नूं ऐड करके एक हिस्सा कट सकते हो 180 विचों माइनस करके। हुण आपां जी अगे चलते हैं, एक्सरसाइज सॉल्व करते हैं। एक्सरसाइज 5.1 हैगी है, नेम ईच ऑफ द फॉलोइंग एज एक्यूट, ऑब्ट्यूज, राइट, स्ट्रेट और रिफ्लेक्स एंगल केड़े केड़े हैगे ने। सब तो पहला सीधी लकीर ए हैगा 90 डिग्री, इनू आपां कह दांगे जी ए हैगा जी राइट एंगल। दूजा
ਜੇ ਮੈਂ 90 ਬਣਾਣਾ, ਤੁਸੀਂ ਪਹਿਲਾਂ ਨਾ ਪੈਨਸਿਲ ਨਾਲ 90 ਬਣਾ ਲਿਆ ਕਰੋ। ਇਹ 90 ਤੋਂ ਵੱਡਾ ਦਿਖਾਈ ਦੇ ਰਿਹਾ ਪਰ 180 ਤੋਂ ਛੋਟਾ, ਯਾਨੀ ਕਿ 90 ਤੋਂ ਵੱਡਾ ਜਿਹੜਾ ਹੋਏਗਾ ਉਹ ਹੋ ਗਿਆ obtuse ਐਂਗਲ। ਇਹ ਸਿੱਧਾ ਹੈਗਾ, ਐਰੋ ਦਾ ਧਿਆਨ ਰੱਖਿਓ, ਯਾਨੀ ਇੱਕ ਸਿੱਧੋ ਐਰੋ ਏਦਾਂ ਕਰਕੇ ਬਣੀ ਹੈ ਤੇ ਇਹ ਐਂਗਲ ਬਣਾਇਆ ਹੋਇਆ, ਯਾਨੀ ਇਹ ਹੈਗਾ ਸਟ੍ਰੇਟ ਐਂਗਲ ਸਾਡੇ ਕੋਲ। ਤੇ ਤੁਸੀਂ ਲਿਖ ਸਕਦੇ ਹੋ 180 ਡਿਗਰੀ ਵੀ ਹੈਗਾ। ਇਹ ਏਦਾਂ ਘੁਮਾ ਕੇ ਆ ਰਿਹਾ, ਯਾਨੀ ਕਿ 180 ਤਾਂ ਸਿੱਧਾ ਹੋਏਗਾ, ਇਹ 180 ਤਾਂ ਏਦਾਂ ਕਰਕੇ ਹੋ ਜਾਊਗਾ, ਪਰ ਇਹ 180 ਤੋਂ ਵੀ ਅੱਗਾ ਨੂੰ ਜਾ ਰਿਹਾ ਹੈ ਕਿ ਨਹੀਂ। ਤੇ ਮੈਨੂੰ ਲਿਖ ਸਕਦੀ ਹਾਂ ਰਿਫਲੈਕਸ ਐਂਗਲ। ਇਹ ਵਾਲਾ ਅੰਦਰਲੇ ਪਾਸੇ ਹੈਗਾ, ਇਹ ਬਣਾ ਦਿੰਦੀ ਆ ਪਹਿਲਾਂ ਇਸ ਲਕੀਰ ਦੇ ਸਾਹਮਣੇ ਥੱਲੇ, ਇਹ ਹੋ ਗਿਆ 90 ਏਦਾਂ ਕਰਕੇ, ਪਰ ਇਹ 90 ਤੋਂ ਵੱਡਾ ਹੈਗਾ। ਐਂਗਲ ਕਿਵੇਂ ਵੀ ਬਣਾਏ ਹੁਣ ਤੁਸੀਂ ਪਹਿਲਾਂ ਆਪਣਾ 90 ਲੱਭ ਲਿਓ, 90 ਤੋਂ ਵੱਡਾ ਹੈ obtuse ਐਂਗਲ। ਅੱਛਾ, ਇੱਕ ਆ ਲਕੀਰ ਹੈ, ਜੇ ਇਹਦੇ ਸਾਹਮਣੇ ਏਦਾਂ ਸਟ੍ਰੇਟ ਲਕੀਰ ਬਣਾਵਾਂਗੇ ਇਹ ਹੋਏਗਾ 90 ਏਦਾਂ ਕਰਕੇ, ਪਰ ਇਹ ਜਿਹੜਾ ਹੈ 90 ਤੋਂ ਛੋਟਾ ਹੈਗਾ, ਇਹ ਹੋ ਗਿਆ ਜੀ acute ਐਂਗਲ। ਸਿੰਪਲ। ਦੂਜਾ ਸਵਾਲ, ਰਾਈਟ ਦ ਕੰਪਲੀਮੈਂਟਰੀ ਆਫ ਈਚ ਆਫ ਦ ਫੋਲੋਇੰਗ ਐਂਗਲਸ, ਯਾਨੀ ਇਹਨਾਂ ਦਾ ਕੰਪਲੀਮੈਂਟਰੀ ਲਿਖਣਾ ਹੈ। ਸਾਨੂੰ ਪਤਾ ਹੈ ਕੰਪਲੀਮੈਂਟਰੀ ਕੀ ਹੁੰਦਾ ਹੈ, ਦੋ ਐਂਗਲਸ ਨੂੰ ਐਡ ਕਰੋ, ਸਮ ਕਿੰਨਾ ਆਉਂਦਾ ਹੈ 90 ਡਿਗਰੀ। ਪਹਿਲਾ ਹੈਗਾ 53 ਡਿਗਰੀ, ਕੰਪਲੀਮੈਂਟ ਆਫ 53 ਡਿਗਰੀ is equal to 90 डिग्री माइनस 53 डिग्री, माइनस करोगे 37 डिग्री आंसर आ जाऊगा। उवे ही सेकंड पार्ट 90 डिग्री दिता होया एक, ये तो बहुत ही सौखा हो गया, ये थां ते 90 डिग्री, कॉम्प्लीमेंट ऑफ 90 की आ जाऊगा, 90 विचों 90 कटते 0 डिग्री, यानी एक 90 है, सम भी 90 चाहिए, तो दूजा तो ऑटोमैटिकली 0 डिग्री हो गया। तीजा है 85 डिग्री, ते कॉम्प्लीमेंट ऑफ 85 डिग्री हो गया 90 डिग्री विचों 85 डिग्री कट दो, ये आ गया जी 5 डिग्री। चौथा कहा गया 4/9 ऑफ अ राइट एंगल। राइट एंगल कितना होंदा है 90 डिग्री, 4/9 मल्टीप्लाइड बाय 90 डिग्री, कटिंग कर दो, 9 1s are 9, 9 10s are 90, ये हो गया जी 40 डिग्री। ਇਹ ਜਿਹੜਾ ਕੁਐਸਚਨ ਦੇ ਵਿੱਚ ਸਾਨੂੰ ਦਿੱਤਾ ਗਿਆ ਹੈ, ਇਹ ਕਿਹਦੇ ਬਰਾਬਰ ਹੋ ਗਿਆ 40 ਡਿਗਰੀ ਦੇ। ਹੁਣ ਆਪਾਂ ਲੱਭਣਾ ਕੀ ਹੈ ਕੰਪਲੀਮੈਂਟ ਆਫ 40 ਡਿਗਰੀ। नाइनटी डिग्री माइनस 40 डिग्री, ये हो गया जी साडे कोल 50 डिग्री। पंजवां कहा गया 0 डिग्री, ये तो मैनू पता तुसी लभ ही लोगे। कॉम्प्लीमेंट ऑफ 0 डिग्री इज इक्वल टू 90 डिग्री माइनस 0 डिग्री, दूजा की आ जाएगा 90 डिग्री आंसर। तीजा सवाल, राइट द सप्लीमेंट ऑफ ईच ऑफ द फॉलोइंग। सप्लीमेंट दे विच की हुंदा है, दो एंगल्स नू ऐड कीता, आंसर कितना आना चाहिए 180 डिग्री। चलो सॉल्व करते हैं। पहला है जी 55 डिग्री, ते आपां कढना है सप्लीमेंट ऑफ 55 डिग्री। कॉम्प्लीमेंट दे विच 90 चो माइनस कीता सी, सप्लीमेंट दे विच 180 माइनस 55 डिग्री, माइनस करोगे 125 डिग्री, आंसर आ गया। सैकेंड पार्ट दे विच हैगा एंगल 105 डिग्री, ते आपां लभना है सप्लीमेंट ऑफ एंगल या डिग्री 105, 180 माइनस 105 साडे कोल आंसर आ जाएगा जी 75 डिग्री। तीजा हैगा जी 100 डिग्री, सप्लीमेंट ऑफ 100 डिग्री की हो जाऊगा 180 विचों 100 माइनस कर दो, ये आ गया जी 80 डिग्री। फोर्थ पार्ट दे विच कहा गया 2/3 ऑफ अ राइट एंगल, यानी 2/3 मल्टीप्लाइड बाय 90 डिग्री, 3 1s are 3, 3 30s are 90, इनू मल्टीप्लाई करो 2 मल्टीप्लाइड बाय 30 यानी 60 डिग्री का आपां सप्लीमेंट कढना है, ते आपां लिख दिंदे आ सप्लीमेंट ऑफ 60 डिग्री इज इक्वल टू 180 डिग्री माइनस 60 डिग्री, माइनस कीता आंसर आ गया जी 120 डिग्री। उवे ही फिफ्थ पार्ट दे विच भी इदां ही कहा गया 1/3 ऑफ 270 डिग्री,
1/3 ਮਲਟੀਪਲਾਈਡ ਬਾਈ 270 3 1s are 3 270 ਨੂੰ 3 ਦੇ ਨਾਲ ਡਿਵਾਈਡ ਕਰੋਗੇ 90 ਡਿਗਰੀ ਆਏਗਾ supplement of 90 degree is equal to 180 degree minus 90 degree ये आ गया जी 90 degree। चौथा सवाल identify the following pairs of angles as complementary और supplementary जे तक complementary है तो दोनों नु add करांगे आंसर आएगा 90 degree supplementary है तो 180 degree। चलो शुरू करते हैं सब तो पहले तो 65 degree plus 115 डिग्री इन्हां दोनों ਨੂੰ ਐਡ ਕਰ ਦਾਂਗੇ ਆਨਸਰ ਆ ਰਿਹਾ ਜੀ 180 डिग्री ਤਾਂ ਆਪਾਂ ਕਹਾਂਗੇ it is a pair of supplementary angles ਉਵੇਂ ਹੀ ਦੂਜਾ ਪਾਰਟ 112 डिग्री plus 68 डिग्री ਐਡ ਕੀਤਾ ਆ ਗਿਆ 180 डिग्री ਤਾਂ ਆਪਾਂ ਕਹਾਂਗੇ it is a pair of supplementary angles। ਤੀਜਾ 63 डिग्री plus 27 डिग्री इन्हां नूं ऐड करोगे 90 डिग्री आएगा ये हैगा it is a pair of complementary angles का पेयर हैगा। आगे फोर्थ है 45 डिग्री प्लस 45 डिग्री आ गया जी 90 डिग्री 90 डिग्री इसलिए आप कह सकते हैं इट इज अ पेयर ऑफ कॉम्प्लीमेंट्री एंगल्स। फिफ्थ 130 डिग्री प्लस 50 डिग्री ऐड करोगे 180 डिग्री आ जाएगा तो आप लिखांगे इट इज अ पेयर ऑफ supplementary angles। आगे चलते हैं two complementary angles are in the ratio NE find the angles complementary यानी दोनों ਨੂੰ ऐड करांगे कितना आएगा 90 डिग्री ते इत्थे मैं लिख दिया पूरा स्टेटमेंट लिखना है रेशियो ऑफ एंगल्स कितनी हैगी है 4:5 लेट दी कॉम्प्लीमेंट्री एंगल्स बी एक 4x दूजा की हो गया 5x देर सम इन्हां नूं ऐड करांगे तो कितना आना चाहिए 90 डिग्री 4x plus 5x is equal to 90 डिग्री x दे विच x वाले नूं ऐड करांगे 4 plus 5 9x is equal to 90 डिग्री x is equal to 9 दे नाल डिवाइड कर दांगे इत्थे जाके 9 1s are 9 9 10s are 90 आ गया 10 डिग्री। हुण असीं दोनों एंगल्स लभने ने ते फर्स्ट एंगल आपां की लिया सी 4x 4 मल्टीप्लाइड बाय 10 डिग्री 40 डिग्री सेकेंड एंगल 5x 5 मल्टीप्लाइड बाय 10 50 डिग्री। ठीक है जी। आगे छेवां टू सप्लीमेंटरी एंगल्स यानी ऐड करांगे तो आंसर 180 डिग्री आऊगा उवे ही सॉल्व करना उन्हां दी रेशियो दी हुई है 5:13 ते आपां लिख लैंदे आ रेशियो ऑफ टू सप्लीमेंटरी एंगल्स 5:13 let the angles be 5x 13x sum of angles is equal to 180 degree 5x plus 13x is equal to 180 degree x ਦੇ ਵਿੱਚ x ऐड ਕੀਤਾ 18x is equal to 180 degree x is equal to 180 ਨੂੰ 18 ਦੇ ਨਾਲ ਡਿਵਾਈਡ ਕਰ ਦੋ 18 1s are 18 18 10s are 180 degree x ਦੀ ਵੈਲਿਊ ਆ ਗਈ 10। फर्स्ट एंगल की हैगा 5x 5 मल्टीप्लाइड बाय 10 50 डिग्री सेकेंड एंगल की सी 13x 13 मल्टीप्लाइड बाय 10 इज इक्वल टू 130 डिग्री दोनों एंगल आ गए। अगला फाइंड एन एंगल विच इज इक्वल टू इट्स कॉम्प्लीमेंट कॉम्प्लीमेंट यानी दो एंगल नू ऐड किया 90 डिग्री आना चाहिए है कि नहीं इनू इदा सॉल्व करते हैं
दोनों ऐड करके आंसर 90 ये याद रखियो आना चाहिए, आपस दे विच बराबर होने चाहिए ने। लेट द एंगल बी x डिग्री, therefore its complement 90 डिग्री माइनस x। क्योंकि ये आपस दे विच बराबर हैगे ने तो मैं कह सकती हाँ x इज इक्वल टू 90 डिग्री माइनस x, आपस दे विच कहा गया है ना एंगल विच इज इक्वल टू इट्स कॉम्प्लीमेंट, एंगल AC कॉम्प्लीमेंट आसी आपस दे विच बराबर ने। ax माइनस दा इत्थे जाके प्लस दा हो जाऊगा, x प्लस x इज इक्वल टू 90 डिग्री, x दे विच एक x दे विच एक होर x ऐड कर दो 2x, 90 डिग्री x इज इक्वल टू 90 डिग्री बटा 2 ये आ गया जी 45 डिग्री। यानी फर्स्ट जेड़ा एंगल हैगा वो भी 45, जे तुसी सेकंड लभना है तां की लिया सी 90 माइनस x, 90 माइनस 45 डिग्री वो भी आ गया 45 डिग्री, दोनों बराबर ने ना। उवें ही 8th क्वेश्चन है फाइंड द एंगल विच इज इक्वल टू इट्स सप्लीमेंट, यानी दोनों नु ऐड करांगे तो 180 डिग्री आना चाहिए। चलो इनू सॉल्व कर लेने हैं। लेट द एंगल बी x डिग्री, सप्लीमेंट ऑफ एंगल 180 डिग्री माइनस x डिग्री हो गया, आपस दे विच बराबर ने, x इज इक्वल टू 180 डिग्री माइनस x, ax उधर जाके प्लस दा x प्लस x इज इक्वल टू 180 डिग्री, 2x इज इक्वल टू 180 डिग्री, x इज इक्वल टू 2 दे नाल डिवाइड करता 90 डिग्री, यानी पहला 90 है, सेकंड की है 180 विचों 90 माइनस कर दूंगे, ये भी 90 डिग्री आ जाएगा क्योंकि दोनों बराबर ने। आगे चलते हैं। इन द गिवन फिगर, ये फिगर हैगी है AOB, ए वाला जेड़ा है ये एक स्ट्रेट लाइन हैगी है। फाइंड द मेजर ऑफ ए वाला एंगल काटना है, एंगल AOC काटना है आपां, इनू आपां इत्थे बना लैंदे हैं, इदां करके दिता होया A 50 डिग्री है, AO हैगा, A हैगा, AB हैगा। AOB इज अ स्ट्रेट लाइन, सीधी लाइन है, तो मैं कह सकती हूँ एंगल AOB कितना है 180 डिग्री। ये भी कह सकते हैं फिर क्योंकि ये लीनियर पेयर बन रहे हैं, एंगल AOC, ए वाला जेड़ा एंगल है प्लस एंगल COB, ए कितना हो गया 180 डिग्री, एंगल AOC काटना है, COB मैंने दिता होया 50 डिग्री इक्वल टू 180 डिग्री, AOC एंगल कितना हो जाएगा 180 माइनस 50, ए हो गया जी 130 डिग्री, क्योंकि इत्थे ब्रैकेट दे विच तुसी लिखोगे इन्हां दा की बन रहा है लीनियर पेयर, सीधी लाइन दे विच हैगा जेड़ा एंगल वो इकट्ठे लीनियर पेयर बनाते हैं। 10th, इन द गिवन फिगर MON इज अ स्ट्रेट लाइन, MON स्ट्रेट लाइन हैगी है, सानू ए वाला एंगल भी काटना है, ए वाला भी काटना है। चलो पहले इनू लिख लेंदे हैं। एक स्ट्रेट लाइन हैगी है MO, ए हैगा NP, ए दिता होया है x प्लस 20 डिग्री ते ए दिता होया है x प्लस 40 डिग्री। सिंस MON इज अ स्ट्रेट लाइन, सीधी लाइन है, तो मैं लिख सकती हूँ एंगल MON भी 180 डिग्री होगा। पूरा एंगल जेड़ा है सारा दा सारा 180 डिग्री है ना, क्योंकि स्ट्रेट लाइन कही गई है। तो मैं कह सकती हूँ एंगल MOP, ए वाला जेड़ा एंगल है जिन्हों मैं हाईलाइट कर रही है, प्लस एंगल PON, ए वाला, ए 180 डिग्री के बराबर होंगे, ए वाला एंगल प्लस ए वाला एंगल 180 डिग्री। ए कितना दिता होया x प्लस 20 प्लस ए कितना है x प्लस 40 इक्वल टू 180 डिग्री। x दे विच x ऐड कर दो 2x हो गया, 40 प्लस 20 60 हो गया, ए 60 इधर माइनस का हो जाऊगा 120 डिग्री, x इज इक्वल टू डिवाइड कर देंगे 2 दे नाल 60 डिग्री आ गया।
ਹੁਣ ਅਸੀਂ एंगल ਲੱਭਣੇ x ਆਇਆ ਸਾਡੇ ਕੋਲ 60 डिग्री ਜੇ ਤੁਸੀਂ ਧਿਆਨ ਨਾਲ ਦੇਖੋ एंगल MOP कितना सी x plus 20 इत्थे लिख दिंदी है एंगल MOP is equal to x plus 20 x आया 60 plus 20 80 डिग्री एंगल PON x plus 40 60 plus 40 is equal to 100 डिग्री आगे find the value of x y z ਇਹਦੇ ਵਿੱਚ x y z ਦੀ ਵੈਲਿਊ ਕੱਢਣੀ ਹੈ ਇਹਨੂੰ ਵੀ ਮੈਂ ਕਰਕੇ ਦਿਖਾਨੀ ਆ ਕਿਵੇਂ ਕਰਨਾ ਇਹ ਦਿੱਤਾ ਹੋਇਆ ਇਦਾਂ ਕਰਕੇ ਜਿਹੜਾ x ਹੈਗਾ एंगल x is equal to 100 डिग्री क्योंकि वर्टिकली ऑपोजिट है कारण लिखना बहुत जरूरी है वर्टिकली ऑपोजिट जे कारण नहीं लिखोगे नंबर कट जाएंगे जे लीनियर पेयर नहीं लिखोगे नंबर कट जाएंगे उवे ही एंगल y is equal to 80 डिग्री ये एंगल क्यों ਉਹੀ कारण वर्टिकली ऑपोजिट दूजी भी ਜਿਹੜੀ फिगर हैगी ਉੱਥੇ ਸਾਨੂੰ पता है ਜਿਹੜਾ ਇਹ इंटरेस्टिंग होएगा देखो ਹੁਣ ਇਹ मैं करके दिखानी है ऐदा बनाया ए 60 डिग्री ए x ए y ते इधर आ गया z ਹੁਣ ਧਿਆਨ ਨਾਲ देखो z ਤਾਂ ਸਿੱਧਾ 60 डिग्री हो जाएगा क्यों क्योंकि वर्टिकली ऑपोजिट है ਹੁਣ ਇਹ ਇੱਕ ਸਿੱਧੀ ਲਾਈਨ है ए वाली जे तुसी ध्यान नाल देख रहे हो ए 60 डिग्री है तो मैं कह सकती हाँ एंगल y प्लस एंगल z इज इक्वल टू 180 डिग्री z आपां कढ लिया 60 डिग्री 180 डिग्री दे बराबर है y आ जाएगा 180 माइनस 60 120 डिग्री जे ए 120 है तो एंगल x भी 120 दे बराबर हो जाएगा आगे चलते हैं 12th क्वेश्चन ਇਹਦੇ ਵਿੱਚ ਸਾਰੀਆਂ ਵੈਲਿਊਜ਼ ਕੱਢਣੀਆਂ ਪਹਿਲਾਂ ਮੈਂ ਇੱਥੇ ਡਾਇਗਰਾਮ ਬਣਾ ਦਿੰਦੀ ਹਾਂ ਇੱਕ ਸਿੱਧੀ ਲਾਈਨ ਹੈ ਇਹ ਇਦਾਂ ਜਾ ਰਹੀ ਹੈ AZ A 45 डिग्री A 35 डिग्री A ਹੈਗਾ ਜੀ Y A ਹੈਗਾ X ਹੁਣ ਧਿਆਨ ਦਿਓ ਇੱਥੇ ਦੋ ਐਂਗਲ ਦਿੱਤੇ ਹੋਏ ਨੇ ਕਹਿਣ ਦਾ ਮਤਲਬ ਇਹ ਪੂਰਾ ਦਾ ਪੂਰਾ ਇੱਕ 180 डिग्री ਬਣਾਉਂਦਾ ਹੈ ए वाला मैनू दिता होया ए वाला मैनू दिता है आपां x कढ लांगे एंगल x प्लस 45 प्लस 35 इज इक्वल टू 180 डिग्री कारण लिखना है लीनियर पेयर 45 प्लस 35 हो गया जी 80 डिग्री 180 डिग्री माइनस 80 डिग्री एंगल x इज इक्वल टू 100 डिग्री x आ गया मेरे कोल 100 डिग्री ਹੁਣ ਇਹ ਵੀ ਇੱਕ ਸਿੱਧੀ ਲਾਈਨ ਹੈਗੀ ਹੈ ਇਧਰਲੇ ਪਾਸੇ ਇਹ ਦਿੱਤਾ ਹੋਇਆ 45 z ਕੱਢ ਲਾਂਗੇ ਐਂਗਲ z 45 डिग्री इज इक्वल टू 180 डिग्री है ना वर्टिकली ऑपोजिट नहीं हो रहा जे ये बिल्कुल वर्टिकली ऑपोजिट नहीं है ए ते ए जे ਇਹ ਪੂਰਾ ਹੁੰਦਾ ਫੇਰ ਹੋ ਸਕਦਾ ਸੀ वर्टिकली ऑपोजिट ਉਹ ਤੁਸੀਂ ਕਰ ਸਕਦੇ ਹੋ ਜਿਵੇਂ 35x ਸਾਡਾ ਜਿਹੜਾ ਨਿਕਲਿਆ ਉਹ 100 डिग्री ਹੈ ਤੇ ਇਹ ਪੂਰਾ वर्टिकली ऑपोजिट है पर दूजा तरीका ਆਹੀ है ना भी देखो ਇਹਦੇ ਵਿੱਚ एंगल Z प्लस 45 डिग्री ये 180 बन जाएगा ये हो गया जी एंगल Z इज इक्वल टू 180 माइनस 45 डिग्री माइनस किया 135 ए 135 क्यों है जे ए वाला देखोगे वर्टिकली ऑपोजिट है ए वाला हिस्सा ते ए वाला आपस दे विच बराबर ने 100 निकलिया सी 35 हुण y किवें कड्डांगे ए वाला जेड़ा x ये निकल गया सी 100 डिग्री आपां हुणे कड्डिया ए 35 डिग्री है y आ जाऊगा क्योंकि ए भी एक सीधी लाइन है ते आपां लिख सकते हैं इत्थे लिख दिंदे हैं x प्लस 35 डिग्री प्लस y इज इक्वल टू 180 डिग्री हो जाऊगा x की वैल्यू कितनी आई सी इत्थे 100 डिग्री प्लस 35 डिग्री प्लस y इज इक्वल टू 180 डिग्री ऐड किया 135 डिग्री प्लस y इज इक्वल टू 180 डिग्री y इज इक्वल टू 180 डिग्री माइनस 135 डिग्री ए आ गया जी सानू माइनस करके आंसर 45 डिग्री यानी असी सारे एंगल्स कढ ले उवें ही हुण आपां ਇਹਦਾ ਜਿਹੜਾ ਸੈਕਿੰਡ ਪਾਰਟ ਹੈ ਇਹ ਸੋਲਵ ਕਰਦੇ ਆ ਪਹਿਲਾਂ ਸਾਨੂੰ ਪਤਾ ਹੈ ਇੱਥੇ y ਕਿੰਨਾ ਆ ਜਾਊਗਾ 65 डिग्री क्योंकि आमनो सामने ने तुसी कारण लिखोगे जी वर्टिकली ऑपोजिट x कितना आ जाऊगा ये आमने सामने ने 55 डिग्री
ਤੇ ਜੇ मैं x plus y plus z लिखदी हां 180 डिग्री, क्यों? क्योंकि लीनियर पेयर है। a 55 है, a 65 है, प्लस z इज इक्वल टू 180 डिग्री। ऐड करांगे इन्हां नूं, ये आ जाएगा 120 डिग्री प्लस z इज इक्वल टू 180 डिग्री। z दी वैल्यू 180 माइनस 120 60 डिग्री, यानी a भी आ गया 60 डिग्री। ते ये p भी 60 डिग्री हो जाएगा, क्यों? क्योंकि ये दोनों वर्टिकली ऑपोजिट है। ते इस तरीके नाल सारे आंसर आ गए। कारण लिखना बहुत जरूरी है। 13th मल्टीपल चॉइस क्वेश्चंस। पहला, इफ टू एंगल्स आर कॉम्प्लीमेंट्री, यानी 90 डिग्री आंसर आंदा है, देन द सम ऑफ देयर मेजर, उन्होंने ऐड करके आंसर कितना आएगा 90। वही गल, टू एंगल्स आर कॉल्ड डैश इफ द सम ऑफ देयर मेजर्स, जे दो एंगल्स नु ऐड करिए आंसर 180 आंदा है, उन्हां एंगल्स नु की कहीदा? सप्लीमेंट्री एंगल्स। टू एडजेसेंट एंगल्स आर सप्लीमेंट्री, देन दो नाल नाल जिहड़े एंगल लग रहे ने, जे ਉਹ सप्लीमेंट्री है, यानी उन्होंने ऐड करिए ते ਉਹਨਾਂ ਦਾ आंसर आंदा है 180 डिग्री, ਤਾਂ मैं कह सकती हूँ कि ਉਹ एक लीनियर पेयर बनाते हैं। किवें भी हो सकता है, एवें भी हो सकता है, एवें करके भी बन सकता है ना। आपां देखिए स्ट्रेट लाइन ते होना जरूरी है, ते ऐदां करके अद्धा सी बनना चाहिए, कहने का मतलब 180 डिग्री बनना चाहिए। इफ टू लाइन्स इंटरसेक्ट एट अ पॉइंट, दो लाइनां एक पॉइंट ते आके मिलदियां ने, then vertically opposite angles, यानी ये opposite ਜਿਹੜੇ ਹੈਗੇ ਨੇ angles, ਇਹ ਕੀ ਹੁੰਦੇ ਨੇ? ਬਰਾਬਰ, ਇਹ ਇਹਦੇ ਬਰਾਬਰ ਤੇ ਇਹ ਵਾਲਾ ਹਿੱਸਾ ਇਹਦੇ ਬਰਾਬਰ ਹੋ ਜਾਊਗਾ। ਤੇ ਇਹ ਸੀਗੀ ਅੱਜ ਦੀ ਕਲਾਸ। ਮੈਂ ਉਮੀਦ ਕਰਦੀ ਹਾਂ ਵੀ ਤੁਹਾਨੂੰ ਇਹ ਐਕਸਰਸਾਈਜ਼, ਕੰਪਲੀਮੈਂਟਰੀ, ਸਪਲੀਮੈਂਟਰੀ ਐਂਗਲ ਸਭ ਸਮਝ ਆ ਗਏ ਹੋਣਗੇ। ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਿਓ। ਆਪਾਂ ਫੇਰ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ। ਟਿਲ ਦੈਨ ਕਮੈਂਟ ਵੀ ਕਰਕੇ ਦੱਸਿਓ ਤੇ ਲਾਈਕ, ਸ਼ੇਅਰ ਵੀ ਕਰਿਓ। Bye bye. Take care.